ਰੱਬ ਦੇ ਨਾਮ ਤੋਂ ਟੋਰਨੇ ਆ। ਮੇਰਾ ਸਭਨਾਂ ਨੂੰ ਆਪਣੇ ਸੱਜਣਾ ਮਿੱਤਰਾਂ ਬੇਲੀਆਂ ਤੇ ਸੰਗੀਆਂ ਨੂੰ ਪ੍ਰੇਮ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕਮ ਔਰ ਨਮਸਕਾਰ। ਮੈਂ ਚੌਧਰੀ ਸਾਹਬ, ਤੁਸੀਂ ਮੇਰਾ YouTube ਚੈਨਲ ਵੇਖ ਰਹੇ ਹੋ ਸਾਂਝਾ ਪੰਜਾਬ। ਮੈਂ ਅੱਜ ਪਾਕਿਸਤਾਨ ਪੀਪਲਸ ਪਾਰਟੀ ਦੇ ਮਰਕਜ਼ੀ ਸੈਕਟਰੀ ਇਤਲਾਤ जनाब नदीम अफजल चंद साहब और सैयद हसन मुर्तज़ा साहब ने परसों पाकिस्तान ਦੇ ਵਿੱਚ ਜਿਹੜਾ ਫਲੱਡ ਆਇਆ, ਖਸੂਸਨ ਪੰਜਾਬ ਦੇ ਫਲੱਡ ਦੇ ਉੱਤੇ ਉਹਨਾਂ ਗੱਲਬਾਤ ਕੀਤੀ, ਜਿਹਦੇ ਵਿੱਚ ਉਹਨਾਂ ਦੱਸਿਆ ਕਿ ਪਾਕਿਸਤਾਨ ਵਿੱਚ ਪੰਜਾਬ ਵਿੱਚ ਜਿਹੜਾ ਨਾ ਸਾਡੇ ਨਾਲ ਸਾਡੇ ਲੋਕਾਂ ਨਾਲ ਬਹੁਤ ਜ਼ਿਆਦਾ ਇਮਤਿਆਜ਼ ਵਰਤਿਆ ਜਾ ਰਿਹਾ। ਉੱਥੇ ਚੀਫ ਸੈਕਟਰੀ ਹੈ ਜਾਂ ਵਜ਼ੀਰ ਹੈ ਜਾਂ ਸੀਨੀਅਰ ਵਜ਼ੀਰ ਨੇ ਜਾਂ ਜਿੰਨੇ ਵਜ਼ੀਰ ਨੇ, ਉਹ ਪਟਵਾਰੀਆਂ ਦੇ ਕਹਿਣ ਦੇ ਪਟਵਾਰੀਆਂ ਦੇ ਰਿਪੋਰਟ ਦੇ ਉੱਤੇ ਜਿਹੜਾ ਇਹਨਾਂ ਲੋਕਾਂ ਨੂੰ ਕੰਪਨਸੇਸ਼ਨ ਦੇ ਰਹੇ ਨੇ, ਲੋਕਾਂ ਨੂੰ ਮਤਲਬ ਇਮਦਾਦ ਦੇ ਰਹੇ ਨੇ। ਔਰ ਬਾਕੀ ਜਿਹੜਾ ਜਿੱਥੇ ਜਾਂਦੀ ਹੈ ਵਜ਼ੀਰ ਆਲਾ ਜਾਂ ਦੂਸਰੇ ਸੀਨੀਅਰ ਵਜ਼ੀਰ ਜਾਂਦੇ ਨੇ, ਉਹ ਜਾ ਕੇ ਸਭ ਤੋਂ ਪਹਿਲਾਂ ਉੱਥੇ ਕੋਈ ਜਿਹੜੇ ਦੂਸਰੀ ਪਾਰਟੀਆਂ ਦੇ ਕੈਂਪ ਲੱਗੇ ਹੁੰਦੇ ਨੇ, ਸਭ ਤੋਂ ਪਹਿਲਾਂ ਉਹਨੂੰ ਅਖਾੜ ਦਿੰਦੇ ਨੇ। ਇੰਤਜ਼ਾਮੀਆ ਜਿਹੜੀ ਹੈ ਪੁਲਿਸ ਨਾਲ ਲੈ ਕੇ ਜਾਂਦੀ, ਉਹਨਾਂ ਦੇ ਪੂਰੇ ਕੈਂਪ ਸ਼ੈਂਪ ਜਿਹੜੇ ਨੇ ਉਖਾੜ ਦਿੱਤੇ ਜਾਂਦੇ ਨੇ। ਔਰ ਜਿਹੜੇ ਜਿੱਥੇ ਜਿਨ੍ਹਾਂ ਦੇ ਢੋਰ ਡੰਗਰ ਮਾਲ ਔਰ ਫਸਲਾਂ ਤਬਾਹ ਹੋ ਗਈਆਂ, ਕਮਾਦ ਦੀ ਫਸਲਾਂ ਦਾ ਰਿਹਾ ਕੱਖ ਨਹੀਂ, ਝੋਨੇ ਦੀ ਫਸਲ ਜਿਹੜੀ ਉਹ ਵੀ ਤਬਾਹ ਹੋ ਗਈ ਹੈ। ਔਰ ਫੁੱਟੀ ਜਿਹੜੀ ਹੈ ਜਿਹਨੂੰ ਕਪਾਹ ਆਉਂਦੇ ਨੇ, ਉਹ ਵੀ ਖਰਾਬ ਹੋ ਗਈ ਹੈ। ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਨੇ, ਕਮਾਦ ਦੀ ਫਸਲ ਖਾਸ ਤੌਰ 'ਤੇ ਇਹ ਤਬਾਹ ਬਰਬਾਦ ਹੋ ਗਈ। ਹਾਲਾਂਕਿ ਉਹ ਮਜ਼ਬੂਤ ਹੁੰਦੀ ਹੈ, ਹੜ੍ਹ ਜਿਹੜਾ ਉਹਨੂੰ ਉਹ ਹੜ੍ਹ ਨੂੰ ਕਾਫੀ ਅੱਗੋਂ ਰਜਿਸਟ ਕਰਦਾ ਹੈ, ਮਤਲਬ ਉਹਨੂੰ ਉਹ ਇੰਨਾ ਤਾਕਤਵਰ ਹੁੰਦਾ ਹੈ ਗੰਨਾ। ਮਗਰ ਹੁਣ ਜਿਹੜਾ ਇਹ ਵੇ ਕਿ ਦੱਸਿਆ ਜਾਂਦਾ ਹੈ, ਜਿਹੜਾ ਉਹਨਾਂ ਨੇ ਦੱਸਿਆ ਹੈ ਕਿ ਲੋਕਾਂ ਨੂੰ ਜਿਹੜੇ ਦੂਸਰੀ ਪਾਰਟੀਆਂ ਨਾਲ ਤਲਕ ਰੱਖਦੇ ਨੇ ਜਾਂ ਜਿਨ੍ਹਾਂ ਦਾ ਤਲਕ ਹੈ, ਉਹਨਾਂ ਨੂੰ ਬਿਲਕੁਲ ਜਿਹੜਾ ਨਾ ਲੈਣ 'ਚ ਲਾਇਆ ਕਿ ਤੁਹਾਡੀ ਵਾਰੀ ਪਿੱਛੋਂ ਆਏਗੀ। ਪਹਿਲਾਂ ਆਪਣੇ ਜਿਹੜੇ ਉਹਨਾਂ ਦੇ ਪਟਵਾਰੀ ਦੱਸਦੇ ਨੇ, ਉਸ ਹਿਸਾਬ ਨਾਲ ਜਿਹੜੇ DC ਚੀਫ ਕਮਿਸ਼ਨਰ ਉਹ ਪਟਵਾਰੀਆਂ ਦੇ ਕਹਿਣ 'ਤੇ ਜਾਂ ਸੈਕਟਰੀ ਜਾਂ ਚੀਫ ਸੈਕਟਰੀ ਉਹਨਾਂ ਦੇ ਕਹਿਣ 'ਤੇ ਲੋਕਾਂ ਨੂੰ ਇਮਦਾਦ ਦੇ ਰਹੇ ਨੇ। ਔਰ ਖ਼ਾਸ ਤੌਰ 'ਤੇ ਹਸਨ ਮੁਰਤਜ਼ਾ ਸਾਹਿਬ ਨੇ ਚਨਿਓਟ ਬਲਕਿ ਫੈਸਲਾਬਾਦ ਡਿਵੀਜ਼ਨ ਜਿਹੜਾ ਉਹਦਾ ਦੱਸਿਆ ਕਿ ਉੱਥੇ ਬੜੀ ਸਿਚੁਏਸ਼ਨ, ਮਤਲਬ ਉਹਨਾਂ ਤਾਂਦਰਿਆਂ ਵਾਲਾ ਤੱਕ ਜਿਹੜਾ ਫੈਸਲਾਬਾਦ ਅਤੇ ਸ਼ੇਖੂਪੁਰੇ ਨੂੰ ਜਾ ਲੱਗਦਾ, ਉੱਥੋਂ ਤੱਕ ਉਹਨਾਂ ਦੱਸਿਆ। ਉਹ ਚੂੰਕਿ ਫੈਸਲਾਬਾਦ ਡਿਵੀਜ਼ਨ 'ਚ ਇਹ ਉੱਥੇ ਵੀ ਦੱਸਿਆ ਕਿ ਉੱਥੇ ਵੀ ਬੜੀ ਸੂਰਤ ਹਾਲ, ਦਰਿਆ ਦਾ ਕਟਾਓ ਵੀ ਬੜਾ ਹੋਇਆ, ਲੋਕਾਂ ਦੀ ਜ਼ਮੀਨ ਵੀ ਦਰਿਆ ਬੁਰਦ ਹੋ ਗਈ ਹੈ। ਅਤੇ ਇਸ ਕਰਕੇ ਲੋਕਾਂ ਨੂੰ ਜਿਹੜੀ ਸਹੀ ਇਮਦਾਦ ਜਿੰਨੀ ਦਿੱਤੀ ਜਾਣੀ ਚਾਹੀਦੀ ਹੈ ਉਹ ਨਹੀਂ ਦਿੱਤੀ ਜਾ ਰਹੀ। ਜੇ ਦਿੰਦੇ ਨੇ ਤਾਂ ਆਪਣੇ ਜਿਹੜੇ ਉਹਨਾਂ ਦੇ MPA ਨੇ ਉਹਨਾਂ ਦੇ ਕਹਿਣ 'ਤੇ ਜਿਨ੍ਹਾਂ ਨੂੰ ਦਿੱਤੀ ਪਹਿਲਾਂ ਉਹਨਾਂ ਨੂੰ ਦਿੱਤੀ ਜਾਂਦੀ ਹੈ। ਲਿਹਾਜ਼ਾ ਅਤੇ ਬਾਕੀ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਵੇਖੋਗੇ, ਦੋਵੇਂ ਹਸਨ ਮੁਰਤਜ਼ਾ ਸਾਹਿਬ ਔਰ ਜਨਾਬ ਪਾਕਿਸਤਾਨ ਪੀਪਲਸ ਪਾਰਟੀ ਦੇ ਸੈਕਟਰੀ ਇਤਲਾਤ, ਮਰਕਜ਼ੀ ਸੈਕਟਰੀ ਇਤਲਾਤ ਨਦੀਮ ਅਫਜ਼ਲ ਚੰਦ ਸਾਹਿਬ ਔਰ ਹਸਨ ਮੁਰਤਜ਼ਾ ਸਾਹਿਬ ਜਿਹੜੇ ਨੇ, ਇਹ ਉੱਥੇ ਆਪੋਜੀਸ਼ਨ ਤਕਰੀਬਨ ਆਪੋਜੀਸ਼ਨ ਲੀਡਰ ਨਹੀਂ ਹੈ ਅਤੇ ਉਹ ਉਹਨਾਂ ਦੇ ਨਾਲ ਗਵਰਨਮੈਂਟ ਦੇ ਨੇ, ਮਗਰ ਉਹ ਆਪੋਜੀਸ਼ਨ ਲੀਡਰ ਦੇ ਤੌਰ 'ਤੇ ਉੱਥੇ ਜ਼ਿਆਦਾ ਉਹਨਾਂ ਨੂੰ ਜਾਣਿਆ ਜਾਂਦਾ। ਲਿਹਾਜ਼ਾ ਤੁਸੀਂ ਮੇਰੇ ਇਸ ਚੈਨਲ ਨੂੰ ਸਾਂਝਾ ਪੰਜਾਬ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਔਰ ਇਹਦਾ ਟੱਲੀ ਦਾ ਬਟਨ ਵੀ ਦਾਣਾ ਹੈ। ਇਹ ਤੁਹਾਡਾ ਮਾਂ ਬੋਲੀ ਦਾ ਚੈਨਲ है। तो रब रखा। तबाही के दाने पे पहुंच चुका था। राइस का 60% नुकसान हुआ, काटन का 35, जो ये फिक्र सरकारी फिक्र पे आपको बता, 35% काटन का नुकसान हुआ, गन्ने का 30% नुकसान हुआ, मक्की का भी कम से कम 30% नुकसान हुआ, जो कि गलत फिक्र है। मैं समझता हूँ कि सही फिक्र ये नहीं दे रहे। और बाकी जो कसूर जिला में या और इलाकों में कहीं हल्दी की फसल लगी थी, कहीं पे कुछ और चारा, कई लोगों की किसानों की तूड़ी बह गई पानी में, कहीं साइलेज के बंकर बने हुए थे वो बह गए। वो नुकसान और जो जानवर डिस्प्लेस हुए उन इलाकों में, और अभी तक गवर्नमेंट की तरफ से ये मैं आपके जरिए ये मैं चैलेंज करता हूँ कि हर डिस्ट्रिक्ट का फिगर निकाल लें कि कितने साइलेज के ऊपर पैसे लगे और कितने खाने के ऊपर लगे। जो रेस्क्यू के ऑपरेशन के वक्त फौरन जो किया गया वो भी एक करप्शन का जरिया बने हुए।
ہم سمجھتے ہیں کہ وہ کسانوں تک پراپر چیزیں نہیں پہنچ رہی. کسان تو بیچارہ کوئی ایک تحصیل سے چلا ہے تو وہ دوسری تحصیل میں ڈسپلیس ہو کے جان بار لے کے پہنچ گیا ہے. آپ نے ایک بند کے اوپر آپ نے وہ میڈیا کو دکھانے کے لیے کیمپس لگائے ہیں. کئی ضلعوں میں بڑا اچھا کام ہوا ہے لیکن کئی ضلعوں میں صرف ٹک ٹاک کے اوپر کام ہوا ہے. تو ہماری یہ گزارش ہے کہ وہ فگر تو ذرا میڈیا کو دکھا دیں, کیونکہ ایک آپ نے فگر دیا ہے کہ 2.6 بلین آپ نے پیسے ریلیز کیے ہیں فلڈ کے لیے, لیکن ہر ضلع کے اندر ضلع کونسل کے فنڈ سے یا ڈی سی کے فنڈ سے یا پنجاب حکومت کے فنڈ سے یا فیڈرل گورنمنٹ کے فنڈ سے جو پیسے ضلعوں میں گئے, جو آپ نے کسانوں کے نام پہ خواہ دیگیں پکانے کے لیے لیے, خواہ چارہ دینے کے لیے لیے, یا تیل کی بعد میں لیے, یا توڑی خریدنے کی بعد میں لیے, یا کھانا بنانے کی بعد میں لیے, وہ ذرا فکر تو دے دیں. ہم آپ کو چیک کر کے دیں گے کہ آپ کس ضلع میں پاکستان پیپلز پارٹی کی آپ کو ذمہ داری دے گی. ہم ہر ضلع میں ہماری ٹیم آپ کو ایک پولیٹیکل آڈٹ کر کے دے گی. سرکاری آڈٹ ہوگا, پولیٹیکل آڈٹ ہم آپ کو کر کے دیں گے, کیونکہ میں سمجھتا ہوں کہ یہ بھی اس انتظامیہ نے جہاں پہ میڈم زجالہ صاحبہ نے جانا ہوتا تھا وہ کوشش کرتی ہے, اس کی نیت پہ ہمیں شک نہیں, لیکن اس سے پہلے پنجاب کے اعلیٰ افسر جاتے ہیں, فلم کی ریہرسل کی جاتی تھی. یہ بھی آپ میڈیا کے دوستوں کو پتہ ہے کہ وہ دریا سے ریسکیو کر کے بندوں کو صبح بھیجا جاتا تھا, جائے 1122 بیچارے جو سب سے اچھا کام 1122 نے کیا, لیکن وہ بھی پروٹوکول جو لوگ ڈوبے ہیں. میں سمجھتا ہوں یہ ساری چیزیں جو ہماری بتائیاں ہر سیلاب پہ ہر آفت لیکن ہمارا کوئی پراپر سسٹم نہیں ہے. یہ ایسی چیزیں ہیں جو ہمارے سسٹم ہونے چاہیے. اور اس میں اس وقت دوسری جو ہو رہی ہے آئیڈینٹیفیکیشن میں بھی آپ پولیٹیکل وکٹمائزیشن ہو. ایم پی ایس ایم این اے یا نون لیگ کے جو فگر بیٹھے ہوئے ہمارے پنجاب میں, وہ یہ ہمارے ووٹر نہیں ہیں, یہ ہمارے ووٹر ہیں, یہ ہمارے مخالف ہیں, یہ ہمارے میسی ہیں. ان کو سیلری دے دیں, ان کو چارہ دے دیں, ان کو لکھ لیں, ان کو پٹواری کو استعمال کر کے آپ کے پاس ایک ڈیجیٹل گرداوری آپ نے کی ہے. آپ کو پتہ ہے کہ قصور میں کتنے ایکڑ زمین میں کون سی فصل کاشت تھی, کون سی تباہ ہوئی ہے. وہاں تو کسی کی ضرورت نہیں, آپ کا ڈیجیٹلائزیشن کا دور ہے اور آپ نے کیا ہے. یہ آپ نے مالیہ ابھیانہ اسی ڈیجیٹل گرداوری میں کسان سے لیا ہے اور ٹھیک ٹھاک بڑھا دیا آپ نے لیا ہے. تو آپ ان کی ری ایبلیٹیشن جو ان کو دینا ہے آپ نے, وہ بھی پلیز ٹرانسپیرنٹ ہونا چاہیے. ہمیں ٹرانسپیرنسی پہ شک ہے, شک نہیں ہے بلکہ پک ہے کہ اس میں ڈنڈی ماری جائے. تو ہماری یہ گزارش ہے, ہم آپ کے میڈیا کے آلریڈی بھی ممنون ہے کہ آپ نے بڑی اچھی رپورٹنگ کی, سوشل میڈیا کے دوستوں نے بڑی اچھی رپورٹنگ کی, ایکسپوز کی چیزیں, اور کئی جگہوں پہ انتظامیہ کو سراہا جن ضلعوں میں اچھا کام ہوا ہے. اور میں سمجھتا ہوں ہم ان لوگوں کو, ان اداروں کو اپریشیٹ بھی کرتے ہیں جنہوں نے بہت اچھا کام کیا. لیکن بہت سارے خدشات ہیں جو کسان رو رہا ہے. میں تحصیل کوٹ محمد کی چنوٹ سے حسن استاد صاحب آپ کو بتائیں گے, قصور میں ہم گئے, تو اس لیے ہماری یہ وضاحت سینٹ میں پاکستان پیپلز پارٹی نے فیصلہ کیا 4 صوبوں میں سینٹ میں قومی اسمبلی میں ہم ریزولوشن بھی جمع کرائیں گے. اور جب چیئرمین بلاول بھٹو وزیر خارجہ تھے یا محترمہ شہید رحمان کلائمیٹ چینج کی مشن تھی, تو پاکستان کا مقدمہ دنیا پاکستان سے گزارش کی کہ لوگ اجڑ گئے ہیں, فوراً ان کے اکاؤنٹس میں پیسے بھیجیں, ان کو ری ایبلیٹیٹ کرنے کے لیے, ان کو کھانے کے, ان کو اپنے چارے کے لیے, اپنی خوراک کے لیے, بجائے آپ اسسٹنٹ کمشنر ڈپٹی کمشنر کو پیسے دیں, آپ ان لوگوں کے اکاؤنٹس میں پیسے دیں, تھرو بینڈ ان کے سپورٹ پروگرام دے دیں, تاکہ اس میں کرپشن نہ ہو, اس میں سے کوئی کھائے نہ, اس میں سے اقراض نہ. یہ ہمارا مطالبہ سر. بالکل, ابھی تو ڈیٹا جو گورنمنٹ نے ایشو کیا ہے وہ ڈیٹا میرے پاس ہے, میرا اپنا ڈیٹا نہیں ہے. جو گورنمنٹ نے ایشو کیا ہے, جو ان کے اداروں نے, مختلف اداروں نے, جو مرنے کے کتنے فوت ہوئے ہیں, کتنے جانور ڈسپلیس ہوئے ہیں, کتنے جانوروں کا نقصان ہوا ہے, کتنی فصلوں کا نقصان ہوا ہے, وہ ڈیٹا ہے, وہ گورنمنٹ کے اداروں کا ڈیٹا ہے. عثمان خان سر, یہ بتائیے گا کہ آپ سمیت تمام جو سیاسی جماعتیں ہیں, لوگ آپ سب کو اس ساری صورتحال کا قصوروار ٹھہرانے ہیں, کیونکہ جب بھی سیلاب آتا ہے سر, آپ بین الاقوامی اداروں سے امداد کی اپیل کرتے ہیں, لیکن بین الاقوامی اداروں کی جانب سے سر ایک رپورٹ بھی شائع ہوئی تھی
मुख्तलिफ सैलाब के आने से। सर उसके ऊपर आप वे आउट की बात नहीं कर रहे, हर 2-4 साल बाद सैलाब के जरिए जो कच्चे लोग हैं उनका इंफ्रास्ट्रक्चर तबाह हो जाता है, उनके जानवर मर जाते हैं, फिर आप कहते हैं सियासी आप पॉइंट स्कोरिंग होता है। लेकिन सर आप वे आउट के ऊपर बात नहीं कर रहे सर। नहीं, मैं आपने फिर आपको समझ नहीं आई सही। वे आउट की भी मैं बताता हूँ, मैं फिर दोबारा बता देता हूँ। टिम्बर माफिया के ऊपर क्या इंक्वायरी हुई, ये वे आउट हमने पूछा है। NDMA PNDMA जब इदारे बने, इनकी क्या कैपेसिटी है, इन लोगों इनके इदारों का को बताएं तो सही। ये वे आउट की बात हुई। क्लाइमेट चेंज के ऊपर पाकिस्तान को दुनिया के सामने अपना मुकदमा पेश करना चाहिए, ये हमने पूछा। एग्रीकल्चर के ऊपर हमने वे आउट भी दिया भी और मांगा भी। दरियाओं के ऊपर रूडा की मंजूरी किसने दी? जो लोगों की इन्वेस्टमेंट बह गई है, जो उन्होंने मकान 5-5, 10-10 मरले का, मेरे पास वो रिकॉर्ड मौजूद है, वो 2023 और 2024 के भी NOC लगे हुए हैं। जो पंजाब की एक ताकतवर ब्यूरोक्रेसी की शख्सियत ने वो जाकर ड्रेनेज और इरीगेशन के अफसरान से पूछे, वो वे आउट भी हमने पूछा है। टिम्बर माफिया और हाउसिंग सोसाइटियों का वे आउट देंगे तो हम वो पूछ रहे हैं आपकी वसाफत से। आपने कहा कि मैं आपको सवाल नहीं, यही वे आउट की बात। जी जी जी, मैं आपका सवाल हो गया ना भाई। जी जी उस्मान, मैं देता हूँ जवाब। पहले ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਕਿ ਤੁਸੀਂ ਮੈਨੂੰ ਨਾ ਕਹੋ ਕਿ ਤੁਹਾਨੂੰ ਸਮਝ ਨਹੀਂ नहीं ਅਸਲ ਵਿੱਚ ਸਾਰਿਆਂ ਨੂੰ ਸਮਝ ਨਹੀਂ ਆਈ, ਇਹਦਾ ਮਤਲਬ ਤੁਸੀਂ ਸਾਰਿਆਂ ਦੇ ਸਵਾਲ ਦੇ ਜਵਾਬ ਸਭ ਤੋਂ ਪਹਿਲੇ ਗਿਆ, ਤੁਹਾਨੂੰ ਮੇਰੀ ਗੱਲ ਨਹੀਂ ਸਮਝ ਨਹੀਂ ਆਈ। रिजवान आई। ਇੱਕ ਤੁਸੀਂ ਸਾਨੂੰ ਸਮਝਾ ਦਿਓ ਆਸਾਨ ਲਫ਼ਜ਼ਾਂ ਵਿੱਚ। ਸਾਡੇ ਸਾਰਿਆਂ ਦਾ मतलब ये है कि सर ऐसे हर 2 साल बाद 4 साल बाद सैलाब आता है यहाँ पे, तो हमारी जो हुकूमतें हैं, चाहे वो वफाकी हुकूमतें हों या सूबाई हुकूमतें हों, उन्होंने अब तक क्या किया है लोगों को बचाने के लिए? सैलाब को, ये जो सैलाब का पानी ज़ाया होता है हर 2 साल बाद 3 साल बाद, इसको मौसर अंदाज में इस्तेमाल करने के लिए हम सब ने मिलकर क्या किया है, उसके हवाले से देखिए जी, आपका सवाल बड़ा वैलिड है और पाकिस्तान में इस सवाल के ऊपर मैं समझता हूँ सबसे अहम सवाल ये है। और इस पे जहाँ तक चनाब सतलज ब्यास का तल्लक है, मैदानी इलाकों से गुजरता है, उसके ऊपर किसी ने रोका है? आपने कोई बराज बनाने हैं या बंद बनाने हैं, किसी ने नहीं रोका हुआ। इस मुल्क में आ जाके डैम्स की बात की जाती है तो वो एक डैम जो आमरों के दौर से मुतनाज़ा चला आ रहा है, उसको बाकी तो किसी ने रोका ही नहीं है। इस मुल्क में 4-5 डैम शुरू हैं, कई हुकूमतों से भी शुरू होके आ रहे हैं। मेरा ख्याल कोई 2018 में शुरू हुआ है, कोई 2022 में शुरू हुआ है, तो उन पे काम हो रहा है। लेकिन आपकी बात ठीक है कि परमानेंट हल इसका, इस पर जब आप दरियाओं की ज़मीनें जो दरियाब उर्दू हैं उन काश्तकारों को मुतबादल ज़मीनें दें, जो बजाय आप दूसरों को दे रहे हैं, जो ग्रीन पाकिस्तान की बात भी दे दें, और वहाँ फॉरेस्ट लगाएं। तो किसने रोका है वो फॉरेस्ट लगाने में? किसने लाइनिंग से रोका है कि आप सेम नाले के या इरीगेशन सिस्टम जो है उसको नंबर 1 प्रायोरिटी बनाएं? पंजाब और KP को किसने रोका है कि नंबर 1 प्रायोरिटी आप इरीगेशन को बनाएं? मैं आपसे इत्तफाक करता हूँ कि हमारी वो प्रायोरिटी नंबर 1 नहीं है। तो ये एज ए कौम, मैं यही तो हम सवाल कर रहे हैं कि ये गलत हो रहा है, आइंदा भी होगा। वे फॉरवर्ड जो उस्मान साहब ने कहा है वो यही वे फॉरवर्ड है कि इसके ऊपर ही काम किया जाए। सर आपने टिम्बर माफिया का जिक्र किया है। सर पहला तो ये कि आपने बेनजीर इनकम स्पॉट की बात की है। पिछले दिनों पब्लिक अकाउंट कमेटी ने एक रिपोर्ट शाया हुई थी जिसमें बताया गया था कि उसमें करप्शन का इंकशाफ हुआ है कि वहाँ के जो 18 से लेकर 21 तक ऑफिसर, ग्रेड के ऑफिसर हैं, उन्होंने वहाँ से रकम ली है। तो सबसे पहले आपको नहीं लगता कि पहले इस इदारे को शफाफ करना चाहिए कि बाद में आप PM से वो रकम दोबारा लेके आप ऐसे मुतासरीन को दें? आपको नहीं लगता कि आपको पहले इसको शफाफ बनाना चाहिए? दूसरा ये कि आपने इदारों की बात की, NDMA की बात की, तो 2010 में सिंध में सैलाब आया था, अब 2025 है, 15 साल गुजर गए हैं। सिंध में बहुत से ऐसे मकानात हैं जो अभी तक नहीं बन पाए, तो जिन लोगों को आप लोगों ने ठेका दिया हुआ है तो आप उनसे क्यों नहीं रिपोर्ट करेंगे? देखिए 21 लाख घर तो सिंध में ही बने हैं, किसी और सूबे में तो घर नहीं बने। 21 लाख घर सिंध में सैलाब ज़्यादा लोगों के लिए ही बनाए गए हैं, वो सिर्फ सिंध में बने हैं। बाकी तो कहीं किसी 50 लाख घरों का लोगों ने वादा किया वो नहीं बने, या और कोई हाउसिंग स्कीम का किसी सूबे ने वादा किया है तो नहीं बना। सिंध में तो बने हैं। जहाँ तक बेनजीर एक्सपोर्ट प्रोग्राम का तल्लक है तो एशियन बैंक और वर्ल्ड बैंक सारे इदारे पाकिस्तान का जो ये बिलो द पावर्टी लाइन जो लोगों गरीब लोगों को जो कैश सिस्टम है, ये दुनिया इसकी तारीफ़ करती है। छोटी मोटी कोताहियाँ ऑडिट के पॉइंट ऑफ व्यू से बिल्कुल होती हैं, वो हमारा ओवरसाइट का काम है, वो दूर होगी। लेकिन जहाँ तक इस इदारे का या उस बेनिफिशरी तक पहुँचना,
یہ ایک آئیڈیل گورنمنٹ کا اور شہید بینظیر بھٹو کا یہ خواب تھا. آصف علی زرداری نے عملی جامع اپنایا اور ہم پچھلی حکومتوں کو بھی ممنون ہے کہ انہوں نے اس پروگرام کو آگے چلایا اور 600 بلین تک ہوا. تھینک یو ویری مچ. نہیں آپ نے کر لیا ہے, آپ نے کر لیا. تھینک یو ویری مچ جناب. اس پٹواری کو جس کو ہمیشہ کہا جاتا ہے کہ یہ لوگوں کے ساتھ زیادتی بھی کرتا ہے, کرپشن بھی کرتا ہے اور کوئی اچھے الفاظ سے یاد نہیں کیا جاتا, اس فلڈ کے اندر ریلیف کا تمام انحصار اس پٹواری کے اوپر ہی ہے. اگر کوئی ڈپٹی کمشنر ہے, کوئی کمشنر ہے, کوئی چیف سیکرٹری ہے, کوئی سیکرٹری ہے, تو وہ بھی اسی پٹواری کی رپورٹ پہ دیکھ رہا ہے کہ یار وہ پٹواری کہہ رہا ہے کہ وہاں پہ تمبو کی ضرورت ہے, وہاں پہ کھانے کی ضرورت ہے, وہاں پہ میڈیسن کی ضرورت ہے. اگر اس میں کوئی اپوزیشن کا بندہ, کوئی اتحادی یا کوئی حکومتی, شاید حکومت کی تو چونکہ وہی نمائندے ہیں جو اس ٹائم انتظامیہ میں بیٹھے ہیں, ڈسٹرکٹ گورنمنٹ سے آ رہے ہیں, اگر وہ کوئی کام کرتے ہیں تو وہ یقیناً ان ممبران کے کھاتے میں ہی جاتا ہے جی کہ یہ ممبران ہی کر رہے ہیں. لیکن وہ انتظامیہ جو ہے وہ اسی پٹواری پہ انحصار کر کے بیٹھی ہوئی ہے. جبکہ جدید, جیسے ابھی جج صاحب نے ذکر کیا کہ ہماری جو برابری ہے وہ ڈیجیٹل ہے اور اس پہ سارے فگرز ہمارے سامنے ہیں. میرے ڈسٹرکٹ کے اندر, بلکہ میرا ڈویژن میں کہوں گا فیصل آباد ڈویژن, وہ سب سے زیادہ متاثر ہوا ہے. اس کو چناب سے بھی جو فلڈ آتا ہے وہ بھی افیکٹ کرتا ہے, اس کا جو راوی ہے وہ بھی اس کو افیکٹ کرتا ہے. میرے فیصل آباد ڈسٹرکٹ کے اندر راوی نے تانگلہ والا سائڈ پہ کافی افیکٹ کیا. چناب سے جو ہے وہ ایک بہت بڑا حصہ جو ہے چنیوٹ کا, جھنگ کا, وہ سارا متاثر ہوا. اور ہمارے جو کچے کا علاقہ ہے اس میں لوگوں کا جو لائف سٹاک ہے, لوگوں کے جو جانور ہیں, وہ سب سے بڑی اکانومی ہے ان کی, اور سب سے زیادہ افیکٹ بھی وہی ہوئے. کچھ بہ گئے, کچھ کا یہ حال ہے کہ وہاں پہ چارہ نہیں ہے, وہاں پہ کوئی فصل نہیں کھڑی ہوئی. چاول کی فصل جو ہے وہ 60% کے فگرز گورنمنٹ کے ہیں, جبکہ میں یہ سمجھتا ہوں جو میرے ڈسٹرکٹ کے اندر یا جھنگ کے اندر ہوا ہے وہ 100% تباہ ہوئی ہے. اور فلڈ ایک دفعہ جب آیا وہ پھر ریپیٹ ہوا, دوسرا ریلا جب آیا تو وہ اس سے بھی بڑا ثابت ہوا, کیونکہ پہلا ریلا پانی زیادہ تھا لیکن ہمارے پاس وہ سپیس تھی. کچھ نیچی جگہیں ہوتی ہیں جہاں پانی کی کھپت ہو جاتی ہے, کچھ زمین جو ہے چوس جاتی ہے, اس کی ریچارج ہوتا ہے. لیکن جب دوسری دفعہ وہ پانی آیا تو وہ بے شک کم مقدار میں تھا لیکن اس نے نقصان زیادہ کیا. گنے کی فصل زیادہ طاقتور ہوتی ہے اس پانی کے مقابلے میں, لیکن اب گنے کی فصل بھی تباہ ہوتی جا رہی ہے کیونکہ پچھلے 15 دن سے متواتر پانی چل رہا ہے اس فصل کے اندر, وہ بھی گل جائے گی. تو کاشتکار پہلے 3 سال حکومتی پالیسیوں کی وجہ سے تباہ حال تھا, اس کی اکانومی تباہ حال تھی, اس کی فصلوں کی قیمتیں نہیں دی جا رہی تھی, اوپر سے اس سیلاب نے نقصان کیا. اور اب جو المیہ ہو رہا ہے وہ یہ ہو رہا ہے کہ کل تو اس حکومت نے سپورٹ پرائس نہیں دی گندم کی. کل اس نے کہا جی گندم ہم نے نہیں خریدنی. ٹھیک ہے, آپ نے نہیں خریدی, ہماری 2000 کی بکی, آپ کا دلال, آپ کا مڈل مین جو ہے وہ 2000 میں ہم سے خرید کر آج وہ 4000 5000 روپے میں گندم بیچ رہا ہے. اور گورنمنٹ جو ہے آج پھر انہی غریب کاشتکاروں کے گھروں پہ چھاپے مار رہی ہے, جو ان کی غلط پالیسیوں کی وجہ سے بھی لوٹے, جو سیلاب کی وجہ سے بھی تباہ ہوئے. اور اب وہ پھر گورنمنٹ کی جو ہے وہ انا کی بھینٹ چڑھ رہا ہے اور اس کے گھروں کی چادر چار دیواری کا تقدس پامال ہو رہا ہے. ہمیں ضرورت ہے قوم بننے کی, ہم حاضر ہیں, ہمارے حکمران ہوش کے نوخن لیں اور وہ چیزیں جن کی نشاندہی چیئرمین بلاول بھٹو